ਹੈਲੋ ਗੁੱਡ ਆਫਟਰਨੂਨ ਸਟੂਡੈਂਟ। ਈਟੀਟੀ ਕਲਾਸ ਦਾ ਆਪਣਾ ਸਬਜੈਕਟ ਚੱਲ ਰਿਹਾ ਸੀ ਸਕੂਲ ਕਲਚਰ ਲੀਡਰਸ਼ਿਪ ਐਂਡ ਚੇਂਜ। ਉਹਦੇ ਵਿੱਚ ਆਪਾਂ ਚੈਪਟਰ 9 ਸ਼ੁਰੂ ਕੀਤਾ ਹੋਇਆ ਸੀ ਪਾਠ ਯੋਜਨਾ ਲੈਸਨ ਪਲਾਨਸ। ਕੱਲ੍ਹ ਵਾਲੀ ਵੀਡੀਓ ਦੇ ਵਿੱਚ ਆਪਾਂ ਲੈਸਨ ਪਲਾਨਿੰਗ ਦੀ ਡੈਫੀਨੇਸ਼ਨ ਕਰ ਲਈ ਸੀ। ਉਸ ਤੋਂ ਬਾਅਦ ਆਪਾਂ ਇਹਦੀ ਇੰਪੋਰਟੈਂਟਸ ਵੀ ਕਰ ਲਈ ਸੀ। ਇੰਪੋਰਟੈਂਟਸ ਤੋਂ ਬਾਅਦ ਐਡਵਾਂਟੇਜ ਵੀ ਹੋ ਗਈਆਂ ਸੀ ਲੈਸਨ ਪਲਾਨ ਦੇ। ਅੱਜ ਜਿਹੜਾ ਆਪਾਂ ਕਰਨਾ ਉਹ ਹੈਗਾ ਚੰਗੀ ਪਾਠ ਯੋਜਨਾ ਦੇ ਗੁਣ, ਐਸੈਂਸ਼ੀਅਲ ਕੁਆਲਿਟੀਜ਼ ਆਫ ਗੁੱਡ ਲੈਸਨ ਪਲਾਨ। ਇੱਕ ਵਧੀਆ ਲੈਸਨ ਪਲਾਨ ਦੇ ਕੀ ਗੁਣ ਹੋਣੇ ਚਾਹੀਦੇ ਆ ਇਹਨਾਂ ਬਾਰੇ ਆਪਾਂ ਦੇਖਾਂਗੇ। ਤਾਂ ਸਭ ਤੋਂ ਪਹਿਲਾ ਪੁਆਇੰਟ ਹੈ ਉਦੇਸ਼ਾਂ ਦੀ ਸਪਸ਼ਟਤਾ, ਕਲੈਰਿਟੀ ਇਨ ਆਬਜੈਕਟਿਵ। ਕੋਈ ਵੀ ਕਹਿੰਦੇ ਜਦੋਂ ਆਪਾਂ ਪਲੈਨਿੰਗ ਕਰਦੇ ਹਾਂ ਨਾ ਉਹਦੇ ਵਿੱਚ ਆਪਣੇ ਜਿਹੜੇ ਉਦੇਸ਼ ਹੈ, ਜਿਹੜੇ ਆਬਜੈਕਟਿਵ ਆ ਉਹ ਸਧਾਰਨ ਅਤੇ ਸਪਸ਼ਟ ਹੋਣੇ ਚਾਹੀਦੇ ਆ। ਜਿੰਨਾ ਆਪਾਂ ਨੂੰ ਆਪਦੇ ਆਬਜੈਕਟਿਵ ਬਾਰੇ ਪਤਾ ਹੋਊਗਾ ਉਹਨਾਂ ਆਪਾਂ ਵਧੀਆ ਢੰਗ ਨਾਲ ਪੜ੍ਹਾ ਸਕਾਂਗੇ। ਇਸ ਲਈ ਸਭ ਤੋਂ ਪਹਿਲਾਂ ਜਿਹੜੀ ਆਪਣੀ ਕਲੈਰਿਟੀ ਹੋਣੀ ਜ਼ਰੂਰੀ ਆ ਆਬਜੈਕਟਿਵ ਦੀ। ਸੈਕਿੰਡ ਆ ਗਿਆ ਵਿਸ਼ਾ ਗਿਆਨ ਦੀ ਭਰਪੂਰਤਾ, ਇਨਰਿਚਮੈਂਟ ਆਫ ਸਬਜੈਕਟ ਨੌਲੇਜ। ਉਸ ਤੋਂ ਬਾਅਦ ਜਿਹੜਾ ਬੰਦਾ ਜੋ ਵੀ ਟੀਚਰ ਹੈ ਜੋ ਲੈਸਨ ਪਲਾਨਿੰਗ ਕਰ ਰਿਹਾ ਉਹਨੂੰ ਆਪਦੇ ਜਿਹੜੀ ਵਿਸ਼ੇ ਬਾਰੇ ਭਰਪੂਰ ਜਾਣਕਾਰੀ ਹੋਣੀ ਚਾਹੀਦੀ ਹੈ। ਜਿੰਨੀ ਆਪਾਂ ਨੂੰ ਨੌਲੇਜ ਹੋਊਗੀ ਉਨਾ ਹੀ ਆਪਣੀ ਜਿਹੜੀ ਪਲਾਨਿੰਗ ਵੀ ਵਧੀਆ ਹੋਊਗਾ ਅਤੇ ਆਪਣਾ ਲੈਕਚਰ ਵੀ ਜਿਹੜਾ ਹੈਗਾ ਵਧੀਆ ਹੋਊਗਾ। ਥਰਡ ਆ ਗਿਆ ਵਿਦਿਆਰਥੀ ਕੇਂਦਰਿਤ, ਸਬਜੈਕਟ ਸੈਂਟਰਡ, ਸਟੂਡੈਂਟ ਸੈਂਟਰਡ। ਜੋ ਵੀ ਪਲੈਨਿੰਗ ਕੀਤੀ ਜਾਂਦੀ ਹੈ ਇੱਕ ਅਧਿਆਪਕ ਦੁਆਰਾ, ਜੋ ਵੀ ਲੈਸਨ ਪਲਾਨ ਕੀਤਾ ਜਾਂਦਾ ਉਹ ਬੇਸਿਕਲੀ ਕਿਹਦੇ 'ਤੇ ਬੇਸਡ ਹੋਣਾ ਚਾਹੀਦਾ। ਉਹਦੇ ਵਿੱਚ ਵਿਦਿਆਰਥੀਆਂ ਦੀਆਂ ਜ਼ਰੂਰਤਾਂ ਨੂੰ, ਵਿਦਿਆਰਥੀਆਂ ਨੂੰ ਕਿਵੇਂ ਟੌਪਿਕ ਸਮਝ ਆਊਗਾ ਉਹ ਸਟੂਡੈਂਟ ਸੈਂਟਰਡ ਹੋਣਾ ਚਾਹੀਦਾ, ਟੀਚਰ ਸੈਂਟਰਡ ਨਹੀਂ ਹੋਣਾ ਚਾਹੀਦਾ। ਫੋਰਥ ਆ ਗਿਆ ਵਿਅਕਤੀਗਤ ਵਖਰੇਵੇਂ 'ਤੇ ਆਧਾਰਿਤ, ਬੇਸਡ ਔਨ ਇੰਡੀਵਿਜੂਅਲ ਡਿਫਰੈਂਸਿਸ। ਉਸ ਤੋਂ ਬਾਅਦ ਕਹਿੰਦੇ ਜੋ ਵੀ ਟੀਚਰ ਲੈਸਨ ਪਲਾਨ ਕਰਦਾ ਉਹਨੇ ਇਹ ਦੇਖਣਾ ਵੀ ਜਿੰਨੇ ਵੀ ਕਲਾਸ ਦੇ ਵਿੱਚ ਵਿਦਿਆਰਥੀ ਬੈਠੇ ਹੁੰਦੇ ਉਹਦਾ ਲੈਸਨ ਪਲਾਨ ਉਸ ਦੇ ਅਕੋਰਡਿੰਗ ਹੋਣਾ ਚਾਹੀਦਾ। ਇਹ ਨਹੀਂ ਵੀ ਸਿਰਫ ਹੁਸ਼ਿਆਰ ਬੱਚਿਆਂ ਲਈ ਹੈ ਜਾਂ ਨਲਾਇਕ ਬੱਚਿਆਂ ਲਈ ਜਾਂ ਮਡੀਓਕਰ ਲਈ ਹੈ। ਲੈਸਨ ਪਲਾਨਿੰਗ ਉਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਵੀ ਸਭ ਲਈ ਜਿਹੜੀ ਹੈ ਇੰਡੀਵਿਜੂਅਲ ਬੇਸਿਸ ਹੋਵੇ। ਫਿਫਥ ਸਧਾਰਨ ਗਿਆਨ ਦੀ ਸਮੂਲੀਅਤ, ਇਨਵੋਲਵਮੈਂਟ ਆਫ ਜਨਰਲ ਨੌਲੇਜ। ਉਸ ਤੋਂ ਬਾਅਦ ਜਿਹੜਾ ਵੀ ਲੈਸਨ ਪਲਾਨਿੰਗ ਕੀਤੀ ਜਾਂਦੀ ਹੈ ਉਹਦੇ ਵਿੱਚ ਜਿਹੜਾ ਸਪੈਸੀਫਿਕ ਨੌਲੇਜ ਆ ਉਹ ਤਾਂ ਦੇਣੀ ਦੇਣੀ ਹੈ, ਉਸ ਤੋਂ ਜਨਰਲ ਨੌਲੇਜ ਜਿਹੜਾ ਸਧਾਰਨ ਗਿਆਨ ਹੈ, ਕੋਈ ਜਨਰਲ ਨੌਲੇਜ ਦੀ ਗੱਲ ਆ ਜਾਂਦੀ ਹੈ ਲੈਕਚਰ ਦਿੰਦੇ ਤਾਂ ਬੱਚਿਆਂ ਨੂੰ ਉਹ ਟੌਪਿਕ ਵੀ ਜਿਹੜੇ ਹੈਗੇ ਨਾਲ ਦੀ ਨਾਲ ਕਲੀਅਰ ਕਰਵਾਉਣਾ ਹੁੰਦਾ ਹੈ। ਨੈਕਸਟ ਪੂਰਵ ਗਿਆਨ ਦੀ ਪਰਖ, ਟੈਸਟਿੰਗ ਆਫ ਪ੍ਰੀਵੀਅਸ ਨੌਲੇਜ। ਜਦੋਂ ਬੱਚੇ ਨੂੰ ਕਲਾਸ ਵਿੱਚ ਆ ਕੇ ਪੜ੍ਹਾਉਣਾ ਸ਼ੁਰੂ ਕਰਨਾ ਪਹਿਲਾਂ ਉਹਦੀ ਪ੍ਰੀਵੀਅਸ ਨੌਲੇਜ ਚੈੱਕ ਕਰਨੀ ਵੀ ਉਸ ਬੱਚੇ ਨੂੰ ਜੋ ਕੱਲ੍ਹ ਪੜ੍ਹਾਇਆ ਸੀ ਉਹਦੇ ਬਾਰੇ ਜਾਣਕਾਰੀ ਹੈਗੀ ਹੈ ਜਾਂ ਟੌਪਿਕ ਆਪਾਂ ਜੋ ਪੜ੍ਹਾਉਣ ਜਾ ਰਹੇ ਹਾਂ ਉਸ ਬਾਰੇ ਬੱਚਾ ਪਹਿਲੇ ਤੋਂ ਕੁਛ ਜਾਣਦਾ ਤਾਂ ਪਹਿਲਾਂ ਉਹਦੀ ਪ੍ਰੀਵੀਅਸ ਨੌਲੇਜ ਜਿਹੜੀ ਹੈ ਉਹ ਚੈੱਕ ਕੀਤੀ ਜਾਵੇ। ਸੈਵਨਥ ਅਧਿਆਪਨ ਵਿਧੀਆਂ ਦੀ ਸਪਸ਼ਟਤਾ, ਕਲੈਰਿਟੀ ਆਫ ਟੀਚਿੰਗ ਮੈਥਡ। ਉਸ ਤੋਂ ਇਲਾਵਾ ਕਹਿੰਦੇ ਕੋਈ ਵੀ ਟੀਚਿੰਗ ਹੈ ਉਹ ਟੀਚਿੰਗ ਮੈਥਡ ਤੋਂ ਬਿਨਾਂ ਕੀ ਹੁੰਦੀ ਹੈ, ਅਧੂਰੀ ਰਹਿ ਜਾਂਦੀ ਹੈ। ਇਸ ਲਈ ਟੀਚਿੰਗ ਮੈਥਡ ਦਾ ਹੋਣਾ ਬਹੁਤ ਜ਼ਰੂਰੀ ਹੈ ਜਿਹਦੇ ਨਾਲ ਕੀ ਹੈ ਟੀਚਿੰਗ ਇੰਟਰਸਟਿੰਗ ਬਣਦੀ ਹੈ ਅਤੇ ਬੱਚਿਆਂ ਨੂੰ ਇੰਟਰੈਕਟ ਕਰਦੀ ਹੈ ਆਪਦੇ ਵੱਲ। ਏਟਥ ਪੁਆਇੰਟ ਇਜ਼ ਲਚਕਤਾ, ਫਲੈਕਸੀਬਿਲਿਟੀ ਹੋਣੀ ਜ਼ਰੂਰੀ ਹੈ। ਫਲੈਕਸੀਬਿਲਿਟੀ ਮਤਲਬ ਜਦੋਂ ਆਪਾਂ ਲੈਸਨ ਪਲਾਨ ਕਰਨਾ ਤਾਂ ਰਿਜਡ ਨਹੀਂ ਹੋਣਾ ਚਾਹੀਦਾ, ਸਖਤ ਨਹੀਂ ਹੋਣਾ ਚਾਹੀਦਾ ਵੀ ਐਵੇਂ ਹੀ ਪੜ੍ਹਾਇਆ ਜਾਊਗਾ। ਅਕੋਰਡਿੰਗ ਟੂ ਸਟੂਡੈਂਟ ਨੀਡ, ਜੇ ਕਲਾਸ ਦੇ ਵਿੱਚ ਕੋਈ ਚੇਂਜ ਕਰਨਾ ਪੈਂਦਾ ਤਾਂ ਉਹ ਚੇਂਜ ਕੀਤਾ ਜਾ ਸਕੇ। ਅਧਿਆਪਨ ਸਮੱਗਰੀ ਦੀ ਵਰਤੋਂ ਦੀ ਸਪਸ਼ਟਤਾ, ਕਲੈਰਿਟੀ ਆਫ ਯੂਜ਼ ਟੀਚਿੰਗ ਐਡ। ਉਸ ਤੋਂ ਇਲਾਵਾ ਜਦੋਂ ਵੀ ਕੋਈ ਲੈਕਚਰ ਪ੍ਰਪੇਅਰ ਕਰਨਾ ਤਾਂ ਅਧਿਆਪਕ ਨੂੰ ਆਪਣੀ ਸਪਸ਼ਟਤਾ ਹੋਵੇ ਵੀ ਉਹਨੂੰ ਕੀ ਚੀਜ਼ਾਂ ਚਾਹੀਦੀਆਂ, ਕੀ ਸਮੱਗਰੀ ਚਾਹੀਦੀ ਹੋਊਗੀ, ਉਹਦੇ ਬਾਰੇ ਸਾਰੀ ਜਾਣਕਾਰੀ ਹੋਣੀ ਜ਼ਰੂਰੀ ਹੈ ਤਾਂ ਕਿ ਕੋਈ ਵੀ ਲੈਕਚਰ ਹੈ ਸਫਲ ਕਦੋਂ ਹੁੰਦਾ ਜਦੋਂ ਆਪਣੇ ਕੋਲ ਪ੍ਰੋਪਰ ਟੀਚਿੰਗ ਐਡਸ ਅਵੇਲੇਬਲ ਨਹੀਂ ਹੁੰਦੀਆਂ। ਇਸ ਲਈ ਕਹਿੰਦੇ ਪੂਰੀ ਅਵੇਲੇਬਿਲਿਟੀ ਮਟੀਰੀਅਲ ਦੀ ਹੋਣੀ ਜ਼ਰੂਰੀ ਹੁੰਦੀ ਹੈ। 10th ਹੀ ਸਿਲੇਬਸ 'ਤੇ ਆਧਾਰਿਤ, ਬੇਸਡ ਔਨ ਸਿਲੇਬਸ। ਜੋ ਵੀ ਪਾਠ ਯੋਜਨਾ ਹੈਗੀ ਉਹ ਸਿਲੇਬਸ ਜੋ ਬੱਚਿਆਂ ਦਾ ਹੈਗਾ, ਜੋ ਉਹਨਾਂ ਨੂੰ ਪੜ੍ਹਾਉਣਾ ਵਿਸ਼ਾ ਵਸਤੂ ਹੈ ਉਸ ਦੇ ਹਿਸਾਬ ਨਾਲ ਹੀ ਹੋਣੀ ਚਾਹੀਦੀ ਹੈ। 11th ਮਨੋਵਿਗਿਆਨ ਸਿਧਾਂਤਾਂ 'ਤੇ ਆਧਾਰਿਤ, ਬੇਸਡ ਔਨ ਸਾਈਕੋਲੋਜੀਕਲ ਪ੍ਰਿੰਸੀਪਲ। ਉਸ ਤੋਂ ਇਲਾਵਾ ਕਹਿੰਦੇ ਸੂਲ ਤੋਂ ਸੂਖਮ, ਜਾਣ ਤੋਂ ਅਣਜਾਣ, ਆਸਾਨ ਤੋਂ ਔਖੇ, ਮਤਲਬ ਐਵੇਂ ਆਧਾਰਿਤ ਹੋਣੀ ਚਾਹੀਦੀ ਹੈ। ਮਤਲਬ ਪਹਿਲਾਂ ਕੁਛ ਜਾਣਦਾ ਨਹੀਂ ਬੱਚਾ, ਹੌਲੀ ਹੌਲੀ ਉਹਨੂੰ ਚੀਜ਼ਾਂ ਬਾਰੇ ਜਾਣਕਾਰੀ ਦੇਣਾ। ਸੌਖੇ ਤੋਂ ਔਖੇ ਵੱਲ, ਪਹਿਲਾਂ ਸੌਖੇ ਚੀਜ਼ਾਂ ਬੱਚੇ ਦਾ ਇੰਟਰਸਟ ਡਿਵੈਲਪ ਕਰਨਾ, ਦੈਨ ਔਖੀਆਂ ਚੀਜ਼ਾਂ ਦੇਣਾ। ਤਾਂ ਇਸ ਤਰ੍ਹਾਂ ਸਾਈਕੋਲੋਜੀਕਲ ਬੱਚੇ ਦੇ ਮਾਇੰਡ ਨੂੰ ਉਸ ਤਰ੍ਹਾਂ ਸੈਟਅਪ ਕਰਕੇ ਚੀਜ਼ਾਂ ਨੂੰ ਕਰਵਾਉਣਾ। 12th ਯੂਨਿਟ ਐਂਡ ਵਨ ਡਿਵੀਜ਼ਨ ਇਨ ਯੂਨਿਟ। ਜੇਕਰ ਪਾਠ ਬਹੁਤ ਜ਼ਿਆਦਾ ਲੰਬਾ ਹੁੰਦਾ ਤਾਂ ਪਲਾਨਿੰਗ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਵੀ ਯੂਨਿਟ ਡਿਵਾਈਡ ਕਰ ਲੈਣ। ਜਿਵੇਂ ਹੁਣ ਆਪਣਾ ਇਹ ਲੈਸਨ ਲੰਬਾ ਸੀ ਤਾਂ ਆਪਾਂ 2 ਵੀਡੀਓਜ਼ ਦੇ ਵਿੱਚ ਖਤਮ ਕਰ ਰਹੇ ਹਾਂ ਤਾਂ ਉਸ ਮੁਤਾਬਿਕ ਮਤਲਬ ਕੁਛ ਪਲਾਨਡ ਹੋਵੇ ਵੀ ਇਹ ਜਿਹੜੀ ਚੀਜ਼ ਆਪਾਂ ਡਿਵਾਈਡ ਕਰਕੇ ਕਰਾਉਣੀ ਹੈ। ਜੀਵਨ ਨਾਲ ਸੰਬੰਧਿਤ, ਰਿਲੇਟਿਡ ਟੂ ਲਾਈਫ। ਉਸ ਤੋਂ ਇਲਾਵਾ ਕਹਿੰਦੇ ਜਦੋਂ ਵੀ ਕੋਈ ਪਾਠਕ੍ਰਮ ਪੜ੍ਹਾਇਆ ਜਾਣਾ ਤਾਂ ਉਹਦੇ ਵਿੱਚ ਰੋਜ਼ਾਨਾ ਜੀਵਨ 'ਤੇ ਜੋ ਵੀ ਗਿਆਨ ਆ ਉਹ ਬੱਚੇ ਨੂੰ ਨਾਲ ਦਿੱਤਾ ਜਾਵੇ ਤਾਂ ਕਿ ਬੱਚਾ ਕਿਵੇਂ ਲਾਈਫ ਦੇ ਵਿੱਚ ਸਟੈਂਡ ਕਰਨਾ ਉਹ ਵੀ ਸਿੱਖ ਸਕੇ। ਸਮੇਂ ਅਤੇ ਸ਼ਕਤੀ ਦੀ ਬੱਚਤ, ਸੇਵਿੰਗ ਟਾਈਮ ਐਂਡ ਐਨਰਜੀ ਹੁੰਦੀ ਹੈ ਜੇ ਪਾਠ ਯੋਜਨਾ ਕੀਤੀ ਜਾਵੇ ਤਾਂ। ਦੁਹਰਾਈ ਲਈ ਯੋਗ ਪ੍ਰਸ਼ਨ, ਐਪਰੋਪ੍ਰੀਏਟ ਕੁਐਸਚਨ ਫॉर ਰੀਕੈਪਸੂਲੇਸ਼ਨ। ਉਸ ਤੋਂ ਇਲਾਵਾ ਦੁਹਰਾਈ ਲਈ ਬੱਚਿਆਂ ਨੂੰ ਕਲਾਸ ਦੇ ਵਿੱਚ ਜੋ ਪੜ੍ਹਾਇਆ ਜਾਂਦਾ ਘਰ ਦੇ ਲਈ ਕੁਝ ਕੰਮ ਦਿੱਤਾ ਜਾਵੇ, ਦੁਹਰਾਈ ਲਈ ਕੁਐਸਚਨ ਦਿੱਤੇ ਜਾਣ ਤਾਂ ਕਿ ਬੱਚਾ ਘਰ ਜਾ ਕੇ ਉਹਨਾਂ ਨੂੰ ਕਰ ਸਕੇ। ਯੋਗ ਮੁਲਾਂਕਣ, ਪ੍ਰੋਪਰ ਇਵੈਲੂਏਸ਼ਨ ਹੋਣੀ ਚਾਹੀਦੀ ਹੈ। ਠੀਕ ਹੈ, ਸਫਲਤਾ ਕਦੋਂ ਪਤਾ ਚੱਲੂਗਾ ਜਦੋਂ ਆਪਾਂ ਵਿਦਿਆਰਥੀਆਂ ਨੂੰ ਇਵੈਲੂਏਟ ਕਰਾਂਗੇ। ਆਪਾਂ ਦੇਖਾਂਗੇ ਵੀ ਜੋ ਬੱਚਿਆਂ ਨੂੰ ਪੜ੍ਹਾਇਆ ਉਸ ਬਾਰੇ ਬੱਚੇ ਨੂੰ ਨੌਲੇਜ ਹੈ ਕਿ ਨਹੀਂ, ਤਾਂ ਉਸ ਤੋਂ ਹੀ ਆਪਾਂ ਨੂੰ ਬੱਚਿਆਂ ਦੀ ਜੱਜਮੈਂਟ ਹੋਊ।
ਉਸ ਤੋਂ ਬਾਅਦ ਆ ਜਾਂਦਾ ਪਾਠ ਯੋਜਨਾ ਦੇ ਪੜਾਅ ਸਟੈਪਸ ਐਂਡ ਆਈਡੀਅਲ ਲੈਸਨ ਪਲਾਨ। ਇੱਕ ਵਧੀਆ ਪਾਠ ਯੋਜਨਾ ਦੇ ਕੁਝ ਪੜਾਅ ਹੁੰਦੇ ਆ, ਉਹ ਕਿਹੜੇ ਆ? ਸਭ ਤੋਂ ਪਹਿਲਾਂ ਹੈਗਾ ਆਮ ਉਦੇਸ਼, ਜਨਰਲ ਏਮ ਕੀ ਹੁੰਦੇ ਆ ਇਹਦੇ ਵਿੱਚ। ਵਿਸ਼ੇ ਪ੍ਰਤੀ ਵਿਦਿਆਰਥੀਆਂ ਵਿੱਚ ਰੁਚੀ ਪੈਦਾ ਕਰਨਾ। ਆਮ ਤੌਰ 'ਤੇ ਆਪਣਾ ਜਨਰਲ ਉਦੇਸ਼ ਕੀ ਹੈ ਵੀ ਬੱਚੇ ਆਪਦੇ ਸਬਜੈਕਟ ਪ੍ਰਤੀ ਇੰਟਰਸਟ ਰੱਖਣ, ਬੱਚਿਆਂ ਦੀ ਇਮੈਜੀਨੇਸ਼ਨ ਵਧਾਈ ਜਾਵੇ ਅਤੇ ਮਾਨਸਿਕ ਅਤੇ ਵਿਗਿਆਨਿਕ ਦ੍ਰਿਸ਼ਟੀਕੋਣ ਦਾ ਜਿਹੜਾ ਉਹਨਾਂ ਦਾ ਦਾਇਰਾ ਹੈ ਉਹ ਵੀ ਵਧਾਇਆ ਜਾਵੇ। ਇਹ ਆਮ ਉਦੇਸ਼ ਲੈ ਕੇ ਚੱਲਦਾ। ਜਦੋਂ ਵੀ ਕੋਈ ਕਲਾਸ ਦੇ ਵਿੱਚ ਟੀਚਰ ਜਾਊਗਾ ਤਾਂ ਜਨਰਲ ਏਮਸ ਉਹਨਾਂ ਦੇ ਇਹ ਹੋਣਗੇ। ਹੁਣ ਆਮ ਉਦੇਸ਼ਾਂ ਦੇ ਨਾਲ ਨਾਲ ਕੁਝ ਸਪੈਸੀਫਿਕ ਉਦੇਸ਼ ਵੀ ਹੁੰਦੇ ਆ। ਸਪੈਸੀਫਿਕ ਉਦੇਸ਼ ਕੀ ਹੋ ਗਏ? ਮਤਲਬ ਜਿਹੜੇ ਟੌਪਿਕ ਦੀ ਜਾਣਕਾਰੀ ਦੇਣੀ ਆ ਉਹਦੇ ਬਾਰੇ ਦੱਸਣਾ, ਉਹਦਾ ਨਿਸ਼ਚਿਤ ਉਦੇਸ਼ ਲੈ ਕੇ ਚੱਲਣਾ, ਠੀਕ ਹੈ, ਉਸ ਬਾਰੇ ਪੂਰੀ ਜਾਣਕਾਰੀ ਉਹਨਾਂ ਨੂੰ ਦੇਣਾ। ਫਿਰ ਆ ਜਾਂਦਾ ਪੂਰਵ ਗਿਆਨ, ਪ੍ਰੀਵੀਅਸ ਨੌਲੇਜ। ਹੁਣ ਹਰਬਰਟ ਦੇ ਵਿਚਾਰ ਅਨੁਸਾਰ ਨਵਾਂ ਗਿਆਨ ਮਤਲਬ ਪੂਰਵ ਗਿਆਨ 'ਤੇ ਬੇਸਡ ਹੋਣਾ ਚਾਹੀਦਾ। ਪ੍ਰੀਵੀਅਸ ਨੌਲੇਜ ਬਾਰੇ ਪਹਿਲਾਂ ਅਧਿਆਪਕ ਪ੍ਰੀਵੀਅਸ ਨੌਲੇਜ ਬਾਰੇ ਬੱਚਿਆਂ ਦਾ ਜਿਹੜਾ ਹੈਗਾ ਧਿਆਨ ਖਿੱਚੂਗਾ, ਦੇਖੂਗਾ ਕੀ ਨੌਲੇਜ ਹੈ, ਉਸ ਤੋਂ ਬਾਅਦ ਉਹਨਾਂ ਨੂੰ ਅਗਲੀ ਨੌਲੇਜ ਪ੍ਰੋਵਾਈਡ ਕਰਨੀ। ਅਧਿਆਪਕ ਸਮੱਗਰੀ ਦੇਖੋ ਉਹੀ ਚੀਜ਼ ਆ ਗਈ ਵੀ ਕੋਈ ਜਦੋਂ ਵੀ ਵਿਦਿਆਰਥੀ ਨੂੰ ਕੁਝ ਪੜ੍ਹਾਉਣਾ ਹੁੰਦਾ ਤਾਂ ਅਧਿਆਪਕ ਕੋਲ ਆਪਣੀ ਸਾਰੀ ਸਮੱਗਰੀ ਜਿਹੜੀ ਹੈ ਪੂਰਵ ਗਿਆਨ ਦੇਣ ਨੂੰ ਜਾਂ ਪ੍ਰੀਵੀਅਸ ਨੌਲੇਜ ਜਾਂ ਅੱਗੇ ਪੋਸਟ ਜਿਹੜੀ ਟੀਚਿੰਗ ਹੈ ਉਹਨੂੰ ਪਰਫੋਰਮ ਕਰਨ ਲਈ ਇੱਕ ਪੂਰੀ ਸਮੱਗਰੀ ਮਟੀਰੀਅਲ, ਟੀਚਿੰਗ ਮਟੀਰੀਅਲ ਦਾ ਹੋਣਾ ਬਹੁਤ ਜ਼ਰੂਰੀ ਹੈ। ਫਿਫਥ, ਅਧਿਆਪਨ ਵਿਧੀ, ਟੀਚਿੰਗ ਮੈਥਡ ਜਿਹੜੇ ਆ ਉਸ ਅਕੋਰਡਿੰਗ ਹੋਣੇ ਚਾਹੀਦੇ ਆ ਜੋ ਬੱਚਿਆਂ ਲਈ ਯੋਗ ਹੋਣ, ਬੱਚਿਆਂ ਲਈ ਵਧੀਆ ਹੋਣ। ਭੂਮਿਕਾ ਅਤੇ ਪ੍ਰਸਤਾਵਨਾ, ਇੰਟਰੋਡਕਸ਼ਨ। ਕੋਈ ਵੀ ਮਤਲਬ ਚੀਜ਼ ਕੋਈ ਵੀ ਟੌਪਿਕ ਨੂੰ ਕਰਾਉਣ ਤੋਂ ਪਹਿਲਾਂ ਇੱਕ ਭੂਮਿਕਾ ਬੰਨ੍ਹਣੀ, ਇੱਕ ਪੂਰਾ ਗਰਾਊਂਡ ਤਿਆਰ ਕਰਨਾ ਤਾਂ ਕਿ ਬੱਚੇ ਆਪਦੇ ਪ੍ਰਸ਼ਨ ਪੁੱਛ ਸਕਣ। ਟੀਚਰ ਬੱਚਿਆਂ ਤੋਂ ਪ੍ਰਸ਼ਨ ਪੁੱਛ ਕੇ ਉਹਨਾਂ ਦਾ ਧਿਆਨ ਖਿੱਚੇ ਤਾਂ ਕਿ ਬੱਚੇ ਕਲਾਸ ਵਿੱਚ ਆਲਸੀ ਨਾ ਹੋਣ, ਤਾਂ ਵਧੀਆ ਤਰੀਕੇ ਨਾਲ ਜਿਹੜਾ ਹੈਗਾ ਟੌਪਿਕ ਦੇ ਬਾਰੇ ਡਿਸਕਸ਼ਨ ਕੀਤੀ ਜਾਵੇ। ਉਦੇਸ਼ ਗਠਨ, ਸਟੇਟਮੈਂਟ ਆਫ ਏਮਸ। ਉਸ ਤੋਂ ਇਲਾਵਾ ਭੂਮਿਕਾ ਜੋ ਪ੍ਰਸ਼ਨ ਪੁੱਛੇ ਜਾਂਦੇ ਆ, ਵਿਸ਼ੇ ਦਾ ਐਲਾਨ ਕਰਨਾ, ਉਪ ਵਿਸ਼ੇ ਦਾ ਐਲਾਨ ਕਰਨਾ, ਫਿਰ ਬਲੈਕ ਬੋਰਡ ਦੇ ਉੱਤੇ ਜਿਹੜੇ ਮੇਨ ਪੁਆਇੰਟ ਲਿਖਣਾ, ਠੀਕ ਹੈ, ਜੋ ਗੈਰ ਜ਼ਰੂਰੀ ਚੀਜ਼ਾਂ ਉਹਨਾਂ ਨੂੰ ਛੱਡਣਾ, ਜੇ ਸਿੱਧੇ ਤੌਰ 'ਤੇ ਚੀਜ਼ਾਂ ਨੂੰ ਜੋੜਨਾ, ਤਾਂ ਉਦੇਸ਼ ਕਥਨ ਜਿਹੜੇ ਆ ਉਹ ਡਿਸਾਈਡਡ ਹੋਣੇ ਚਾਹੀਦੇ ਆ। ਪੇਸ਼ੇਵਾਰੀ ਪ੍ਰੈਜੈਂਟੇਸ਼ਨ ਵਧੀਆ ਹੋਣੀ ਚਾਹੀਦੀ ਹੈ। ਮਤਲਬ ਜਦੋਂ ਆਪਾਂ ਕਿਸੇ ਚੀਜ਼ ਨੂੰ ਰੀਪ੍ਰਜੈਂਟ ਕਰਦੇ ਹਾਂ ਬੱਚਿਆਂ ਸਾਹਮਣੇ ਜਾਂ ਕਿਸੇ ਵੀ ਸਾਹਮਣੇ, ਤਾਂ ਉਹਦੀ ਪ੍ਰੈਜੈਂਟੇਸ਼ਨ ਜਿੰਨੀ ਪੇਸ਼ੇਕਾਰੀ ਵਧੀਆ ਹੋਏਗੀ ਉਨਾ ਹੀ ਆਪਾਂ ਦੂਸਰੇ ਬੰਦਿਆਂ ਨੂੰ ਇੰਟਰੈਕਟ ਕਰ ਸਕਾਂਗੇ ਅਤੇ ਗਿਆਨ ਵਧੀਆ ਕਿਸਮ ਦਾ ਦੇ ਸਕਾਂਗੇ। ਵਿਆਪਕ ਪ੍ਰਸ਼ਨ, ਕੰਪਰੀਹੈਂਸਿਵ ਕੁਐਸਚਨ। ਉਸ ਤੋਂ ਇਲਾਵਾ ਜੇ ਕੋਈ ਕੁਐਸਚਨਿੰਗ ਹੈ ਬੱਚੇ ਦੀ ਕਿਸੇ ਵੀ ਕਿਸਮ ਦੀ ਤਾਂ ਉਸ ਨੂੰ ਬੋਰਡ 'ਤੇ ਲਿਖਣਾ ਜਾਂ ਕੁਛ ਦੱਸਣਾ, ਜਾਂ ਵਿਦਿਆਰਥੀ ਕਿੰਨਾ ਕੁ ਟਾਈਮ ਲੱਗੂਗਾ ਉਹਨਾਂ ਚੀਜ਼ਾਂ ਬਾਰੇ ਜਾਣਕਾਰੀ ਦੇਣਾ। ਬਲੈਕ ਬੋਰਡ ਦੇ ਵਿੱਚ ਕੀ ਹੈ, ਜੋ ਵੀ ਚੀਜ਼ਾਂ ਮੁੱਖ ਚੀਜ਼ਾਂ ਹੁੰਦੀਆਂ ਉਹਨਾਂ ਨੂੰ ਬੋਰਡ 'ਤੇ ਲਿਖਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ, ਕਿਉਂਕਿ ਜਦੋਂ ਬੋਰਡ 'ਤੇ ਲਿਖਦੇ ਹਾਂ ਤਾਂ ਵਿਦਿਆਰਥੀਆਂ ਨੂੰ ਉਹਨਾਂ ਚੀਜ਼ਾਂ ਬਾਰੇ ਜਿਹੜਾ ਹੈਗਾ ਉਹ ਗਿਆਨ ਪ੍ਰਾਪਤ ਹੋ ਜਾਂਦਾ ਅਤੇ ਉਸ ਚੀਜ਼ ਨੂੰ ਪਰਫੋਰਮ ਕਰ ਸਕਦੇ ਆ। ਉਸ ਤੋਂ ਬਾਅਦ ਆ ਜਾਂਦੀ ਹੈ ਦੁਹਰਾਈ, ਰੀਕੈਪਚੁਲੇਸ਼ਨ ਦੇ ਵਿੱਚ ਬੱਚੇ ਨੂੰ ਜੋ ਵੀ ਕੁਝ ਪੜ੍ਹਾਇਆ ਜਾਂਦਾ ਨਾਲ ਦੀ ਨਾਲ ਉਹਨਾਂ 'ਤੇ ਕੀ ਕੀਤੀ ਜਾਵੇ, ਦੁਹਰਾਈ ਕਰਾਈ ਜਾਵੇ ਤਾਂ ਕਿ ਬੱਚਿਆਂ ਨੂੰ ਪੂਰਾ ਜਿਹੜਾ ਹੈਗਾ ਪਤਾ ਚੱਲੇ ਜੋ ਉਹਨਾਂ ਨੇ ਪੜ੍ਹਿਆ ਸੀ। ਉਸ ਤੋਂ ਇਲਾਵਾ ਘਰ ਦਾ ਕੰਮ, ਹੋਮਵਰਕ ਬੱਚਿਆਂ ਨੂੰ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਕਿ ਬੱਚੇ ਘਰ ਬੈਠ ਕੇ ਆਪਦਾ ਜੋ ਵੀ ਹੈ ਜੋ ਕਲਾਸ ਦੇ ਵਿੱਚ ਪੜ੍ਹ ਕੇ ਗਏ ਆ ਘਰ ਜਾ ਕੇ ਉਸ ਚੀਜ਼ ਦੀ ਦੁਹਰਾਈ ਕਰਨ, ਜੋ ਆਪਦੀਆਂ ਪ੍ਰੋਬਲਮਸ ਅਗਲੇ ਦਿਨ ਆ ਕੇ ਡਿਸਕਸ ਕਰਨ। ਉਸ ਤੋਂ ਬਾਅਦ ਇਹਦੇ ਵਿੱਚ ਲਾਸਟ ਟੌਪਿਕ ਆ ਜਾਂਦੀਆਂ ਪਾਠ ਕਿਸਮਾਂ, ਟਾਈਪਸ ਆਫ ਲੈਸਨਸ। ਤਾਂ ਕੁਛ ਕਿਸਮਾਂ, ਸਭ ਤੋਂ ਪਹਿਲਾਂ ਹੈਗਾ ਗਿਆਨ ਪਾਠ, ਨੌਲੇਜ ਲੈਸਨ। ਹੁਣ ਨੌਲੇਜ ਲੈਸਨ ਦੇ ਵਿੱਚ ਕੀ ਹੈ, ਇਹੋ ਜਿਹੇ ਲੈਸਨ ਹੁੰਦੇ ਜਿਨ੍ਹਾਂ ਵਿੱਚ ਬੱਚਿਆਂ ਨੂੰ ਰੈਕੋਗਨਾਈਜ਼ ਕੀਤੀ ਜਾਂਦੀ ਹੈ, ਰਿਕਾਲਿੰਗ ਜੋ ਪੁਰਾਣੀਆਂ ਚੀਜ਼ਾਂ ਉਹਨਾਂ ਬਾਰੇ ਦਿਮਾਗ ਦੇ ਵਿੱਚ ਲਿਆਂਦਾ ਜਾਂਦਾ, ਠੀਕ ਹੈ। ਤਾਂ ਗਿਆਨਾਤਮਕ ਪੱਖ ਤੋਂ ਜੋ ਬੱਚਿਆਂ ਨੂੰ ਨੌਲੇਜ ਦੇਣ ਦੇ ਪੁਆਇੰਟ ਆਫ ਵਿਊ ਨਾਲ ਹੁੰਦਾ ਉਹਨੂੰ ਆਪਾਂ ਕਿਹੜੀ ਪਾਠ ਦੀ ਕਿਸਮ ਕਹਿ ਦਿੰਦੇ ਹਾਂ, ਗਿਆਨ ਪਾਠ, ਨੌਲੇਜ ਲੈਸਨ। ਸੈਕਿੰਡ ਆ ਜਾਂਦਾ ਪ੍ਰਸ਼ੰਸਾਮਈ ਪਾਠ, ਐਪਰੀਸੀਏਸ਼ਨ ਲੈਸਨ। ਇਹਦੇ ਵਿੱਚ ਭਾਵਨਾਤਮਕ, ਪਹਿਲਾਂ ਤਾਂ ਆਪਣੀਆਂ ਇਫੈਕਟਿਵ ਐਸਪੈਕਟਸ ਨਾਲ ਜਿਹੜੇ ਸੰਬੰਧਿਤ ਹੁੰਦੇ ਆ, ਇਹਦੇ ਵਿੱਚ ਆਪਣੇ ਅਲੱਗ-ਅਲੱਗ ਜਿਹੜੇ ਆਲੋਚਨਾ ਦਾ ਭਾਵ ਹੈ ਜਾਂ ਆਲੋਚਨਾ ਕਿਸੇ ਦੀ ਕਿਵੇਂ ਕਰਨੀ ਹੈ ਜਾਂ ਸਹਿਜਾਤਮਕ ਅਹਿਸਾਸ ਹੈ, ਇਹ ਸਾਰੇ ਜਿਹੜੇ ਹੈਗੇ ਜਾਂ ਕਿਸੇ ਸੁੰਦਰਤਾ ਕਲਾ ਦਾ ਅਹਿਸਾਸ ਹੈ, ਉਹ ਸਾਰੇ ਐਪਰੀਸੀਏਸ਼ਨ ਲੈਸਨ ਦੇ ਵਿੱਚ ਕਰਵਾਏ ਜਾਂਦੇ ਆ। ਫਿਰ ਆ ਜਾਂਦੇ ਕਿਰਿਆਤਮਕ ਪਾਠ, ਐਕਟੀਵਿਟੀ ਲੈਸਨ। ਐਕਟੀਵਿਟੀ ਲੈਸਨ ਦੇ ਵਿੱਚ ਕੀ ਹੈ, ਜੋ ਪ੍ਰਯੋਗਸ਼ਾਲਾਵਾਂ ਦੇ ਵਿੱਚ ਜੋ ਪ੍ਰੈਕਟੀਕਲ ਲੈਬਸ ਦੇ ਵਿੱਚ ਬੱਚਿਆਂ ਨੂੰ ਥਿਓਰੈਟੀਕਲ ਪੋਰਸ਼ਨ ਦੇ ਨਾਲ ਨਾਲ ਜੋ ਪ੍ਰੈਕਟੀਕਲ ਚੀਜ਼ਾਂ ਕਰਵਾਈਆਂ ਜਾਂਦੀਆਂ ਉਹ ਆਪਣੀਆਂ ਕਿਰਿਆਤਮਕ ਪਾਠ ਐਕਟੀਵਿਟੀ ਲੈਸਨ ਦੇ ਵਿੱਚ ਆ ਜਾਂਦਾ। ਇਹਦੇ ਵਿੱਚ ਵਿਦਿਆਰਥੀ ਆਪਣਾ ਕਿਵੇਂ ਕੰਮ ਨੂੰ ਪਰਫੋਰਮ ਕਰਨਾ, ਕਿਵੇਂ ਪ੍ਰੈਕਟੀਕਲੀ ਪਰਫੋਰਮ ਕਰ ਸਕਦਾ ਹੈ, ਉਹ ਐਕਟੀਵਿਟੀ ਲੈਸਨ ਦੇ ਵਿੱਚ ਉਹ ਚੀਜ਼ਾਂ ਆਉਂਦੀਆਂ। ਉਸ ਤੋਂ ਬਾਅਦ ਆ ਜਾਂਦਾ ਕੌਸ਼ਲਾਂ ਦਾ ਪਾਠ, ਲੈਸਨ ਆਫ ਸਕਿੱਲਸ। ਉਸ ਦੇ ਵਿੱਚ ਬੱਚਿਆਂ ਦੀਆਂ ਕੀ ਸਕਿੱਲਸ ਹੈ, ਕਿਵੇਂ ਉਹ ਚੀਜ਼ਾਂ ਨੂੰ ਕਰ ਹੁੰਦਾ ਨਾ, ਹਰੇਕ ਵਿਅਕਤੀ ਦੇ ਵਿੱਚ ਆਪਦੇ ਇੱਕ ਅਲੱਗ ਤਰ੍ਹਾਂ ਦੇ ਸਕਿੱਲਸ ਹੁੰਦੇ ਆ, ਤਾਂ ਇਹਦੇ ਵਿੱਚ ਉਹ ਬੱਚਾ ਕੀ ਕਿਰਿਆਤਮਕ, ਵਿਵਹਾਰਿਕ, ਪ੍ਰਯੋਗਾਤਮਕ ਸਥਿਤੀਆਂ ਨੂੰ ਕਿਵੇਂ ਹੋ ਸਕਦਾ, ਕਿਸੇ ਵਿੱਚ ਚਿੱਤਰ ਕਲਾ, ਕਿਸੇ ਵਿੱਚ ਨ੍ਰਿਤ ਕਲਾ, ਕਿਸੇ ਵਿੱਚ ਸਿਲਾਈ ਕਲਾ, ਅਲੱਗ-ਅਲੱਗ ਸਕਿੱਲ ਹੁੰਦੇ, ਉਹਨਾਂ ਸਕਿੱਲਸ ਨੂੰ ਬਾਹਰ ਲੈ ਕੇ ਆਉਣਾ। ਦੁਹਰਾਈ ਪਾਠ, ਰਿਵੀਜ਼ਨ ਲੈਸਨ, ਜਿਹਦੇ ਵਿੱਚ ਅਧਿਆਪਕ ਨੇ ਜੋ ਪੜ੍ਹਾਤਾ ਉਹਨਾਂ ਦੀ ਦੁਹਰਾਈ ਕਰਾਉਣੀ ਬਹੁਤ ਜ਼ਰੂਰੀ ਹੋ ਜਾਂਦੀ, ਕਿਉਂਕਿ ਜੇ ਦੁਹਰਾਈ ਨਹੀਂ ਕਰਾਉਂਦੇ ਤਾਂ ਬੱਚਾ ਛੇਤੀ ਚੀਜ਼ਾਂ ਨੂੰ ਭੁੱਲ ਜਾਂਦਾ, ਲੇਕਿਨ ਜੇ ਦੁਹਰਾਈ ਕਰਾਈ ਜਾਂਦੀ ਹੈ ਤਾਂ ਬੱਚਾ ਚੀਜ਼ਾਂ ਨੂੰ ਲੰਬੇ ਸਮੇਂ ਤੱਕ ਯਾਦ ਰੱਖਦਾ ਹੈ।
ਸਹਿ ਸੰਬੰਧੀ ਪਾਠ ਕੋ ਰਿਲੇਟਡ ਲੈਸਨ ਜਿਹੜੇ ਕਿ ਇੱਕ ਦੂਜੇ ਨਾਲ ਹੁੰਦੇ ਨਾ ਰਿਲੇਟ ਕਰਕੇ ਸਮਝਾਏ ਦੇ। ਜਿਵੇਂ ਕਿਸੇ ਟੌਪਿਕ ਨੂੰ ਸਮਝਾਉਣਾ ਹੈ ਤਾਂ ਉਹਨੂੰ ਕਿਸੇ ਹੋਰ ਟੌਪਿਕ ਨਾਲ ਰਿਲੇਟ ਕਰ ਲੈਣਾ, ਪਹਿਲਾਂ ਇੱਕ ਸੰਬੰਧ ਬਣਾ ਲੈਣਾ ਟੌਪਿਕਸ ਦਾ, ਫਿਰ ਬੱਚੇ ਨੂੰ ਉਹ ਟੌਪਿਕ ਕਰਾਉਣੇ, ਉਹਨਾਂ ਨੂੰ ਕਹਿੰਦੇ ਕੋ ਰਿਲੇਟਡ ਲੈਸਨ। ਇੱਕ ਇਹਦੇ ਨਾਲ ਵੀ ਕੀ ਹੈ, ਬੱਚਿਆਂ ਦੀ ਜਿਹੜੀ ਟੌਪਿਕ ਦੇ ਪ੍ਰਤੀ ਇੱਕ ਬਹੁਤ ਵਧੀਆ ਰੁਚੀ ਜਿਹੜੀ ਆ ਉਹ ਬਣ ਜਾਂਦੀ ਹੈ। ਤਾਂ ਇਹ ਸੀਗਾ ਸਟੂਡੈਂਟ ਤੁਹਾਡਾ ਲੈਸਨ ਨੰਬਰ 9 ਆਪਣਾ ਇਹਦੇ ਨਾਲ ਕੰਪਲੀਟ ਹੋ ਜਾਂਦਾ, ਜਿਹੜਾ ਸੀਗਾ ਲੈਸਨ ਪਲਾਨਸ। ਅਗਲੀ ਵੀਡੀਓ ਦੇ ਵਿੱਚ ਆਪਾਂ ਨੈਕਸਟ ਲੈਸਨ ਸ਼ੁਰੂ ਕਰਾਂਗੇ।